ਹੈਲੋ, ਮੈਂ ਤੁਹਾਡਾ ਸਾਰਿਆਂ ਦਾ ਇਸ ਔਨਲਾਈਨ ਵੀਡੀਓ ਸੈਸ਼ਨ ਦੇ ਲੈਕਚਰ ਨੰਬਰ 6 ਦੇ ਵਿੱਚ ਸਵਾਗਤ ਕਰਦਾ ਹਾਂ। ਆਈ ਐਮ ਸੋਨਜੀਤ ਰਾਹੁਲ, ਲੈਕਚਰਰ ਸਿਵਲ ਇਨ ਗੌਰਮੈਂਟ ਪੋਲੀਟੈਕਨੀਕਲ ਕਾਲਜ ਤਲਵਾੜਾ, ਪੰਜਾਬ। This is a lecture number 6 of a reinforced cement concrete design subject, which is a diploma level subject of civil engineering. ਇਸ ਤੋਂ ਪਹਿਲਾਂ ਆਪਾਂ 5 ਲੈਕਚਰਸ ਦੀ ਵੀਡੀਓਜ਼ ਦੇਖ ਚੁੱਕੇ ਹਾਂ। ਆਈ ਹੋਪ ਤੁਸੀਂ ਦੇਖੀ ਹੋਵੇਗੀ। ਦਿਸ ਇਜ਼ ਦ ਲੈਕਚਰ ਵੀਡੀਓ ਫॉर ਦ ਲੈਕਚਰ 6। ਇਸ ਵੀਡੀਓ ਦੇ ਵਿੱਚ ਆਪਾਂ ਚੈਪਟਰ 2 ਨੂੰ ਹੀ ਕੰਟੀਨਿਊ ਕਰਾਂਗੇ, ਜੋ ਕਿ ਆਪਾਂ ਪਹਿਲਾਂ ਕਰਦੇ ਪਏ ਸੀ। ਅਜੇ ਤੱਕ ਆਪਾਂ ਚੈਪਟਰ 2 ਦੇ ਪਾਰਟ 3 ਪੜ੍ਹ ਚੁੱਕੇ ਹਾਂ। ਦਿਸ ਇਜ਼ ਦ ਪਾਰਟ 4 ਆਫ ਚੈਪਟਰ 2, ਮੈਥਡਸ ਆਫ RCC ਡਿਜ਼ਾਈਨ। ਪ੍ਰੀਵੀਅਸ ਵੀਡੀਓਜ਼ ਜਾਂ ਪ੍ਰੀਵੀਅਸ ਲੈਕਚਰਸ ਦੇ ਵਿੱਚ ਆਪਾਂ ਪੜ੍ਹਿਆ ਸੀ ਕਰੈਕਟਰਿਸਟਿਕਸ ਲੋਡ ਕੀ ਹੁੰਦਾ, ਕਰੈਕਟਰਿਸਟਿਕ ਸਟਰੈਂਥ ਕੀ ਹੁੰਦੀ ਹੈ, ਉਸ ਤੋਂ ਬਾਅਦ ਪਾਰਸ਼ੀਅਲ ਫੈਕਟਰ ਆਫ ਸੇਫਟੀ ਕੀ ਹੁੰਦੇ ਹਨ, ਅਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਪਾਰਸ਼ੀਅਲ ਫੈਕਟਰ ਆਫ ਸੇਫਟੀ ਨੂੰ ਕਰੈਕਟਰਿਸਟਿਕਸ ਵੈਲਿਊਜ਼ ਦੇ ਨਾਲ ਅਪਲਾਈ ਕਰਕੇ ਜੋ ਵੈਲਿਊਜ਼ ਆਉਂਦੀ ਹੈ ਡਿਜ਼ਾਈਨ ਵੈਲਿਊ। ਸੋ ਅੱਜ ਆਪਾਂ ਪੜ੍ਹਾਂਗੇ ਡਿਜ਼ਾਈਨ ਵੈਲਿਊਜ਼ as per IS 456-2000 clause number 36.3। ਸਭ ਤੋਂ ਪਹਿਲਾਂ ਹੈ ਮਟੀਰੀਅਲਸ। ਕਿਸੇ ਵੀ ਮਟੀਰੀਅਲ ਦੀ ਡਿਜ਼ਾਈਨ ਸਟਰੈਂਥ ਕੈਲਕੂਲੇਟ ਕਰਨ ਦੇ ਲਈ ਜਿਹੜੀ ਕਰੈਕਟਰਿਸਟਿਕ ਸਟਰੈਂਥ ਹੋਏਗੀ ਮਟੀਰੀਅਲ ਦੀ, ਉਹਨੂੰ ਡਿਵਾਈਡ ਕਰਾਂਗੇ ਪਾਰਸ਼ੀਅਲ ਸੇਫਟੀ ਫੈਕਟਰ ਫॉर द ਮਟੀਰੀਅਲ, ਜਾਂ ਜੋ ਵੀ ਲਿਮਿਟ ਸਟੇਟ ਆਪਾਂ ਕਰਦੇ ਪਏ ਹਾਂ। ਇਸ ਤਰ੍ਹਾਂ ਆਪਾਂ ਡਿਜ਼ਾਈਨ ਸਟਰੈਂਥ ਆਫ ਮਟੀਰੀਅਲ ਕੈਲਕੂਲੇਟ ਕਰ ਲਵਾਂਗੇ। ਸਿਮਿਲਰਲੀ ਲੋਡਸ ਦੇ ਲਈ ਵੀ ਅਗਰ ਡਿਜ਼ਾਈਨ ਲੋਡ ਦੀ ਵੈਲਿਊ ਕੈਲਕੂਲੇਟ ਕਰਨੀ ਹੈ ਤਾਂ ਕਰੈਕਟਰਿਸਟਿਕ ਲੋਡ ਮਲਟੀਪਲਾਈ ਪਾਰਸ਼ੀਅਲ ਸੇਫਟੀ ਫੈਕਟਰ ਫॉर द ਐਪਰੋਪਰੀਏਟ ਨੇਚਰ ਆਫ ਲੋਡਿੰਗ ਔਰ ਲਿਮਿਟ ਸਟੇਟ। ਇਸੇ ਤਰ੍ਹਾਂ ਆਪਾਂ ਡਿਜ਼ਾਈਨ ਲੋਡ ਦੀ ਵੈਲਿਊ ਫਾਈਂਡ ਆਊਟ ਕਰ ਲਵਾਂਗੇ। ਨੈਕਸਟ ਹੈ ਸਾਈਜ਼ ਇਫੈਕਟ ਐਂਡ ਸ਼ੇਪ ਫੈਕਟਰ। ਕੰਕਰੀਟ ਦੇ ਕੇਸ ਦੇ ਵਿੱਚ ਕਰੈਕਟਰਿਸਟਿਕ ਸਟਰੈਂਥ ਜਿਹੜੀ ਆਪਾਂ ਕੈਲਕੂਲੇਟ ਕਰਦੇ ਹਾਂ, ਜਿੱਦਾਂ ਕਿ ਤੁਸੀਂ ਪੁਰਾਣੀ ਵੀਡੀਓਜ਼ ਦੇ ਵਿੱਚ ਦੇਖਿਆ ਹੋਵੇਗਾ, ਉਹ ਇਸ ਬੇਸਿਸ ਦੇ ਉੱਪਰ ਕਰੀ ਜਾਂਦਾ ਕਿ ਇੱਕ ਮੋਲਡ ਹੁੰਦਾ, ਮੋਲਡਸ ਦਾ ਕੰਕਰੀਟ ਕਿਊਬ ਸਾਈਜ਼ ਹੁੰਦਾ, ਜਿਹੜਾ ਕਿ ਸਪੈਸੀਫਿਕੇਸ਼ਨ ਹੁੰਦੀ ਆ 150 mm × 150 mm × 150 mm। ਇੱਕ ਸਟੈਂਡਰਡ ਕਿਊਬ ਆ, ਸਾਈਜ਼ ਸਟੈਂਡਰਡ ਸਾਈਜ਼ ਦਾ ਕਿਊਬ ਆ ਜਿਹਦੀ ਡਿਮੈਂਸ਼ਨ ਹੈ 150 mm। ਬਟ ਕੰਕਰੀਟ ਜਿਹੜੀ ਆਪਾਂ ਐਕਚੁਅਲ ਦੇ ਵਿੱਚ ਸਟਰਕਚਰ ਦੇ ਵਿੱਚ ਯੂਜ਼ ਕਰਨੀ ਹੈ, ਉਹਦਾ ਸਾਈਜ਼ ਕੁਛ ਅਲੱਗ ਹੋਏਗਾ। ਇਸ ਡਿਫਰੈਂਸ ਆਫ ਸਾਈਜ਼ਸ ਦੇ ਫੈਕਟਰ ਨੂੰ ਕਾਊਂਟ ਕਰਨ ਦੇ ਲਈ ਆਪਾਂ ਨੂੰ ਇੱਕ ਫੈਕਟਰ ਲਗਾਉਣਾ ਪੈਂਦਾ, ਜਿਹਨੂੰ ਕਿ ਕਹਿੰਦੇ ਆ ਸ਼ੇਪ ਫੈਕਟਰ ਜਾਂ ਸਾਈਜ਼ ਫੈਕਟਰ, ਸਾਈਜ਼ ਇਫੈਕਟ। ਇਸ ਕਰਕੇ ਜਿਹੜੀ ਕੰਕਰੀਟ ਦੀ ਐਕਚੁਅਲ ਕਰੈਕਟਰਿਸਟਿਕ ਸਟਰੈਂਥ ਆਪਾਂ ਉਹਨੂੰ ਰਿਡਿਊਸ ਕਰ ਦਿੰਦੇ ਹਾਂ। ਕਿੰਨਾ ਰਿਡਿਊਸ ਕਰਨਾ? ਬਾਈ ਅਪਲਾਈਂਗ ਅ ਫੈਕਟਰ ਆਫ 0.67 ਔਰ 2/3 ਟਾਈਮਸ ਆਫ ਦੀ ਕਰੈਕਟਰਿਸਟਿਕ ਸਟਰੈਂਥ ਆਫ ਕਿਊ, ਤਾਂ ਕਿ ਜਿਹੜੀ ਕੰਕਰੀਟ ਦੀ ਸਟਰੈਂਥ ਕੈਲਕੂਲੇਟ ਕਰਨ ਦੇ ਲਈ ਆਪਾਂ ਜਿਹੜਾ ਸੈਂਪਲ ਤਿਆਰ ਕਰੀਦਾ ਉਹਦਾ ਸਾਈਜ਼ ਹੁੰਦਾ 150 × 150 × 150 mm। ਬਟ ਐਕਚੁਅਲ ਦੇ ਵਿੱਚ ਜਿਹੜਾ ਬੀਮ ਕਾਲਮ ਜਾਂ ਸਲੈਬ ਆਪਾਂ ਕੰਸਟਰਕਟ ਕਰੀ ਦੀ ਆ, ਉਹਦਾ ਸਾਈਜ਼ ਕੁਛ ਹੋਰ ਹੁੰਦਾ। ਅਗਰ ਸਾਈਜ਼ ਚੇਂਜ ਹੋਏਗਾ ਕੰਕਰੀਟ ਦਾ, ਉਹਦੇ ਨਾਲ ਸਟਰੈਂਥ ਦੇ ਉੱਪਰ ਇਫੈਕਟ ਆਉਂਦਾ। ਉਸ ਇਫੈਕਟ ਨੂੰ ਕਾਊਂਟ ਕਰਨ ਦੇ ਲਈ ਆਪਾਂ ਨੂੰ ਇੱਕ ਫੈਕਟਰ ਅਪਲਾਈ ਕਰਨਾ ਪੈਂਦਾ, ਜਿਹਨੂੰ ਕਹਿੰਦੇ ਸ਼ੇਪ ਫੈਕਟਰ। ਉਹਦੀ ਵੈਲਿਊ ਕਿੰਨੀ ਹੁੰਦੀ ਹੈ? 0.67 ਮਲਟੀਪਲਾਈ ਕਰੈਕਟਰਿਸਟਿਕ ਸਟਰੈਂਥ। ਇਸੇ ਕਰਕੇ ਜਿਹੜੀ ਸਟਰੈਂਥ ਆ ਕੰਕਰੀਟ ਦੀ ਕੈਲਕੂਲੇਟ ਕਰਨ ਦੇ ਲਈ ਐਜ਼ ਪਰ ਲਿਮਿਟ ਸਟੇਟ ਆਫ ਕੋਲੈਪਸ ਵੀ ਹੈਵ ਟੂ ਅਪਲਾਈ ਦਿਸ ਫੈਕਟਰ ਦੈਟ ਇਜ਼ 0.67। ਅਤੇ ਐਜ਼ ਪਰ ਲਿਮਿਟ ਸਟੇਟ ਆਫ ਕੋਲੈਪਸ ਆਪਾਂ ਇੱਕ ਹੋਰ ਪਾਰਸ਼ੀਅਲ ਸੇਫਟੀ ਫੈਕਟਰ ਵੀ ਅਪਲਾਈ ਕਰਦੇ ਫॉर द ਸਟਰੈਂਥ ਆਫ ਮਟੀਰੀਅਲ, ਦੈਟ ਇਜ਼ 1.5 ਫॉर द ਕੰਕਰੀਟ। ਦੈਟ ਇਜ਼ ਆਲਰੇਡੀ ਤੁਸੀਂ ਪੜ੍ਹ ਚੁੱਕੇ ਹੋ। ਜਿਹੜੀ ਕੰਪਲੀਟ ਫੈਕਟਰ ਮਲਟੀਪਲਾਈ ਕਰਕੇ ਹੋ ਜਾਂਦਾ ਹੈ, ਕਿਉਂਕਿ 0.67 × FCK ਡਿਵਾਈਡਡ ਬਾਏ 1.5, ਉਹ ਜਿਹੜੀ ਵੈਲਿਊ ਬਣਦੀ ਹੈ 0.446 FCK। ਜਿਹੜੀ ਵੀ ਕੰਕਰੀਟ ਦੇ ਕਿਸੇ ਵੀ ਬਲੋਕ ਦੇ ਵਿੱਚ ਮੈਕਸੀਮਮ ਸਟ੍ਰੈਸ ਦੀ ਵੈਲਿਊ ਹੋਏਗੀ, ਇਸ ਤੋਂ ਜ਼ਿਆਦਾ ਵੈਲਿਊ ਨਹੀਂ ਆਉਣੀ ਚਾਹੀਦੀ।
ਕੁਛ ਸਾਈਜ਼ ਇਫੈਕਟ ਕੰਕਰੀਟ ਟੈਕਨੋਲੋਜੀ ਦੇ ਵਿੱਚ ਪੜ੍ਹਿਆ ਹੋਵੇਗਾ, ਜਿਹੜਾ ਕਾਫੀ ਸਾਰੇ ਗੌਰਮੈਂਟ ਕੰਪੀਟੀਟਿਵ ਐਗਜ਼ਾਮ ਕੁਐਸਚਨ ਦੇ ਵਿੱਚ ਪੁੱਛਿਆ ਜਾ ਸਕਦਾ। ਇਹ ਕਿਊ ਜਿੱਦਾਂ ਇੰਡੀਆ ਦੇ ਵਿੱਚ ਕਰੈਕਟਰਿਸਟਿਕ ਸਟਰੈਂਥ ਕੈਲਕੂਲੇਟ ਕਰਨ ਦੇ ਲਈ ਇਹ ਜਿਹੜਾ ਆਪਾਂ ਸਪੈਸੀਮਨ ਯੂਜ਼ ਕਰਦੇ ਆ ਉਹ ਕਿਊਬ ਹੁੰਦਾ, ਜਿਹੜਾ ਕਿ 150 × 150 × 150 mm ਦੀ ਸਪੈਸੀਫਿਕੇਸ਼ਨ ਹੁੰਦੀ। ਇਹ ਕਈ ਜਗ੍ਹਾ ਕਈ ਕੰਟਰੀਜ਼ ਦੇ ਵਿੱਚ ਸਿਲੰਡਰ ਵੀ ਯੂਜ਼ ਕੀਤਾ ਜਾਂਦਾ ਜਾਂ ਕਿਊਬ ਕਿਸੇ ਹੋਰ ਸਾਈਜ਼ ਦਾ ਵੀ ਯੂਜ਼ ਕੀਤਾ ਜਾਂਦਾ। ਅਗਰ ਉਹਨਾਂ ਦੇ ਟੈਸਟ ਆਪਸ ਵਿੱਚ ਉਹਨਾਂ ਦਾ ਕੰਪੈਰੀਜ਼ਨ ਕੀਤਾ ਜਾਵੇ ਤਾਂ ਕੀ ਰਿਲੇਸ਼ਨ ਨਿਕਲਦਾ ਹੈ। ਯੂ ਕੈਨ ਸੀ ਸਟਰੈਂਥ ਆਫ ਅਗਰ ਕੋਈ 15 ਸੈਂਟੀਮੀਟਰ × 30 ਸੈਂਟੀਮੀਟਰ ਕੋਈ ਕੰਕਰੀਟ ਸਿਲੰਡਰ ਹੈ, 15 ਸੈਂਟੀਮੀਟਰ ਡਾਇਮੀਟਰ, 30 ਸੈਂਟੀਮੀਟਰ ਇਹਦਾ ਹਾਈਟ, ਤਾਂ ਉਹਦੀ ਜਿਹੜੀ ਸਟਰੈਂਥ ਹੋਏਗੀ 0.85 ਟਾਈਮਸ ਆਫ ਦੀ ਸਟਰੈਂਥ ਆਫ 15 ਸੈਂਟੀਮੀਟਰ ਕਿਊਬ ਦੀ ਹੋਏਗੀ। ਅਗਰ ਕਿਊਬ ਦਾ ਸਾਈਜ਼ ਵੱਡਾ 30 ਸੈਂਟੀਮੀਟਰ, ਉਹਦੀ ਜਿਹੜੀ ਸਟਰੈਂਥ ਹੋਏਗੀ 0.75 ਦੀ ਸਟਰੈਂਥ ਆਫ 15 ਸੈਂਟੀਮੀਟਰ ਕਿਊਬ। you can easily determine that if we increase the size of the sample of the cube for determining the characteristic strength, the strength decreases। ਜਿੰਨਾ ਜ਼ਿਆਦਾ ਆਪਾਂ ਸਾਈਜ਼ ਵੱਡਾ ਕਰਾਂਗੇ ਉਹਦੇ ਨਾਲ ਕਿਊਬ ਦੀ ਸਟਰੈਂਥ ਘੱਟ ਆਉਂਦੀ ਹੈ ਐਜ਼ ਕੰਪੇਅਰ ਟੂ ਅਗਰ ਆਪਾਂ ਸਟਰੈਂਥ ਜਿੰਨੀ ਜ਼ਿਆਦਾ ਛੋਟਾ ਕਿਊਬ ਹੋਏਗਾ ਉਹਦੀ ਸਟਰੈਂਥ ਜ਼ਿਆਦਾ ਹੋਏਗੀ। ਇਸ ਇਫੈਕਟ ਨੂੰ ਆਪਾਂ ਕਹਿੰਦੇ ਸਾਈਜ਼ ਇਫੈਕਟ। ਇੱਕ 100 mm ਕਿਊਬ ਦਾ 100 mm ਕਿਊਬ ਜੇ ਆਪਾਂ ਲਈਏ ਕਿਉਂਕਿ ਉਹ 150 mm ਤੋਂ ਛੋਟਾ, ਉਹਦੀ ਸਟਰੈਂਥ 150 mm ਦੇ ਕਿਊਬ ਨਾਲੋਂ ਵੀ ਜ਼ਿਆਦਾ ਆਏਗੀ। ਸੋ ਇਹਨਾਂ ਨੂੰ ਧਿਆਨ ਵਿੱਚ ਰੱਖਣਾ। ਇਸ ਤੋਂ ਬਾਅਦ ਹੈ ਡਿਜ਼ਾਈਨ ਸਟ੍ਰੈਸ ਸਟ੍ਰੇਨ ਕਰਵ। design stress strain curve for the concrete in flexural compression as per IS 456 2000 clause number 38. You can see there are 3 curves. First one is all curves are parabolic. First one is idealized curve, that is characteristic strength। ਸਿੰਪਲੀ ਜਿਹੜੀ ਕਰੈਕਟਰਿਸਟਿਕ ਸਟਰੈਂਥ ਹੁੰਦੀ ਆ ਕੰਕਰੀਟ ਦੀ, ਅਗਰ ਉਹਦੀ ਸਟ੍ਰੈਸ ਸਟ੍ਰੇਨ ਡਾਇਗਰਾਮ ਬਣਾਈਏ ਉਸ ਕਰਵ ਨੂੰ ਕਹਿਣਾ ਆਈਡਲਾਈਜ਼ਡ ਕਰਵ। ਅਗਰ ਉਸ ਐਫ ਸੀ ਕੇ ਵਾਲੀ ਵੈਲਿਊ ਨੂੰ ਕਰੈਕਟਰਿਸਟਿਕ ਸਟਰੈਂਥ ਆਫ ਕੰਕਰੀਟ ਦੀ ਵੈਲਿਊ ਨੂੰ ਉੱਪਰ ਸਾਈਜ਼ ਇਫੈਕਟ ਅਪਲਾਈ ਕਰਦੀ ਹੈ, ਦੈਟ ਇਜ਼ 0.67 ਦੇ ਨਾਲ ਮਲਟੀਪਲਾਈ ਕਰਦੀ ਹੈ, ਉਹ ਜਿਹੜੀ ਕਰਵ ਹੋਏਗੀ ਕਰੈਕਟਰਿਸਟਿਕ ਕਰਵ। ਅਗਰ ਉਸ ਸਾਈਜ਼ ਇਫੈਕਟ ਪਲੱਸ ਕਰੈਕਟਰਿਸਟਿਕ ਸਟਰੈਂਥ ਨੂੰ ਆਪਾਂ ਡਿਵਾਈਡ ਕਰ ਦਈਏ ਪਾਰਸ਼ੀਅਲ ਫੈਕਟਰ ਆਫ ਸੇਫਟੀ ਦੇ ਨਾਲ, ਉਸ ਕਰਵ ਨੂੰ ਆਪਾਂ ਕਹਾਂਗੇ ਡਿਜ਼ਾਈਨ ਕਰਵ। ਯੂ ਕੈਨ ਸੀ ਦਾ ਡਿਫਰੈਂਸ ਬਿਟਵੀਨ 3 ਕਰਵਸ। ਜਿੱਦਾਂ ਆਪਾਂ ਫੈਕਟਰਸ ਅਪਲਾਈ ਕਰਦੇ, ਪਹਿਲੇ 'ਤੇ ਕੋਈ ਫੈਕਟਰ ਨਹੀਂ ਲਗਾਇਆ, ਦੂਸਰੇ 'ਤੇ ਸਾਈਜ਼ ਇਫੈਕਟ ਜਾਂ ਸ਼ੇਪ ਫੈਕਟਰ ਅਪਲਾਈ ਕਰ ਦਿੱਤਾ ਹੈ, ਥਰਡ ਕਰਵ ਦੇ ਉੱਪਰ ਸਾਈਜ਼ ਫੈਕਟਰ ਵੀ ਅਪਲਾਈ ਕੀਤਾ ਹੈ, ਉਹਦੇ ਨਾਲ ਪਾਰਸ਼ੀਅਲ ਫੈਕਟਰ ਆਫ ਸੇਫਟੀ ਵੀ ਅਪਲਾਈ ਕੀਤਾ ਹੈ। ਇਸੇ ਕਰਕੇ 0.67 ਐਫ ਸੀ ਕੇ ਅਪੋਨ ਗਾਮਾ ਐਮ ਕੰਕਰੀਟ ਦੇ ਲਈ ਹੁੰਦਾ 1.5। 0.67 ਨੂੰ ਅਗਰ 1.5 ਦੇ ਨਾਲ ਡਿਵਾਈਡ ਕਰਦੇ ਹਾਂ, ਲਾਸਟ ਸਲਾਈਡ ਦੇ ਵਿੱਚ ਤੁਸੀਂ ਦੇਖਿਆ 0.446 ਐਫ ਸੀ ਕੇ ਆ ਜਾਂਦਾ, ਜਿਹੜੀ ਕਿ ਡਿਜ਼ਾਈਨ ਕਰਵ ਹੋਏਗੀ, ਜਿਹੜੀ ਕਿ ਡਿਜ਼ਾਈਨ ਵੈਲਿਊ ਹੋਏਗੀ ਕੰਕਰੀਟ ਦੀ। ਇਸ ਪਿਕਚਰ ਤੋਂ ਤੁਸੀਂ ਕਲੀਅਰਲੀ ਦੇਖ ਸਕਦੇ ਹੋ, ਅਗਰ ਕੋਈ M20 ਕੰਕਰੀਟ ਹੈ, M20 ਮੀਨਸ ਉਹਦੀ ਕਰੈਕਟਰਿਸਟਿਕ ਸਟਰੈਂਥ ਹੋਏਗੀ 20 ਨਿਊਟਨ ਪਰ mm ਸਕੇਅਰ, ਉਹਦੀ ਜਿਹੜੀ ਆਈਡੀਅਲ ਵੈਲਿਊ ਹੋਏਗੀ 20 ਨਿਊਟਨ ਪਰ mm ਸਕੇਅਰ। ਉਸ ਤੋਂ ਬਾਅਦ ਜਿਹੜੀ ਸਾਈਜ਼ ਫੈਕਟਰ ਆਪਾਂ ਅਪਲਾਈ ਕਰ ਦਿੱਤਾ ਹੈ ਜਾਂ ਸ਼ੇਪ ਫੈਕਟਰ ਅਪਲਾਈ ਕਰ ਦਿੱਤਾ ਹੈ, ਦੈਟ ਇਜ਼ 0.67 ਐਫ ਸੀ ਕੇ, ਉਹਨੂੰ ਆਪਾਂ ਕਹਿਣਾ ਕਰੈਕਟਰਿਸਟਿਕ ਵੈਲਿਊ। 0.67 ਨੂੰ 20 ਨਾਲ ਮਲਟੀਪਲਾਈ ਕੀਤਾ, ਉਹ 13.4 ਨਿਊਟਨ ਪਰ mm ਸਕੇਅਰ ਹੋ ਗਿਆ। ਉਸ ਤੋਂ ਬਾਅਦ ਡਿਜ਼ਾਈਨ ਵੈਲਿਊ ਕੈਲਕੂਲੇਟ ਕਰਨ ਦੇ ਲਈ 0.67 ਐਫ ਸੀ ਕੇ ਨੂੰ ਫਰਦਰ ਡਿਵਾਈਡ ਕੀਤਾ ਹੈ ਪਾਰਸ਼ੀਅਲ ਫੈਕਟਰ ਆਫ ਸੇਫਟੀ ਦੇ ਨਾਲ, ਦੈਟ ਇਜ਼ 1.5। ਤੋਂ ਜਿਹੜੀ ਵੈਲਿਊ ਬਣ ਜਾਂਦੀ ਹੈ 0.446, ਉਹਨੂੰ ਰਾਊਂਡ ਆਫ ਕਰਕੇ ਲਿਖ ਦਿੱਤਾ ਹੈ ਆਪਾਂ 0.45 ਐਫ ਸੀ ਕੇ। So by this calculation you can calculate the design value of the concrete. There are different grades of steel. ਸਟੀਲਸ ਦੇ ਕਾਫੀ ਸਾਰੇ ਗ੍ਰੇਡ ਹੁੰਦੇ ਜਿਹੜੇ ਕਿ ਤੁਹਾਨੂੰ ਧਿਆਨ ਦੇ ਵਿੱਚ ਰੱਖਣੇ ਚਾਹੀਦੇ, ਕਿਉਂਕਿ reinforced cement concrete is a combination of cement concrete and steel. ਗ੍ਰੇਡਸ ਕੰਕਰੀਟ ਦੇ ਕਿਹੜੇ ਹੁੰਦੇ ਉਹ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ। ਸਟੀਲ ਦੇ ਕਿਹੜੇ ਗ੍ਰੇਡ ਹੁੰਦੇ ਆ,
ਪਹਿਲਾਂ ਹੈ ਮਾਈਲਡ ਸਟੀਲ ਦੇ ਵਿੱਚ ਇੱਕ ਹੀ ਗ੍ਰੇਡ ਹੁੰਦਾ FE 250 ਮਤਲਬ ਉਹਦੀ ਯੀਲਡ ਸਟ੍ਰੈਸ ਜਾਂ ਕਰੈਕਟਰਿਸਟਿਕ ਸਟਰੈਂਥ ਹੋਏਗੀ 250 ਨਿਊਟਨ ਪਰ mm ਸਕੁਏਅਰ। ਨੈਕਸਟ ਹੈ HYSD ਸਟੀਲ FE 415 FE स्टैंड फॉर स्टील 415 मतलब ਉਹਦੀ ਕਰੈਕਟਰਿਸਟਿਕ ਸਟਰੈਂਥ ਹੈ 415। ਸਿਮਿਲਰਲੀ FE 500 550 600 and then FE 415D फिर 500D then 550D after that 600D then 415SD D stands for डक्टाइल मतलब FE 415D ज़्यादा डक्टाइल होएगा FE 415 तो FE 41SD ਦਾ ਮਤਲਬ ਹੋਏਗਾ SD ਦਾ ਮਤਲਬ ਹੈ सुपर डक्टाइल देयर इज अ मिस्टेक SD stands for super ductile D stand for ductile देयर इज अ मिस्टेक प्लीज़ करैक्ट कर लेना इसनों D डक्टाइल SD सुपर डक्टाइल ਜਿਹੜਾ FE 415D ਉਹ ਜ਼ਿਆਦਾ ਡਕਟਾਈਲ ਹੋਏਗਾ FE 415 ਨਾਲੋਂ। ਜਿਹੜਾ FE 415 SD ਉਹ FE 415D ਦੇ ਨਾਲੋਂ ਵੀ ਜ਼ਿਆਦਾ ਡਕਟਾਈਲ ਹੋਏਗਾ। ਹਾਂ ਮੈਂ ਇੱਕ ਚੀਜ਼ ਪਹਿਲਾਂ ਦੱਸੀ ਸੀ ਜਿੰਨੀ ਜ਼ਿਆਦਾ ਆਪਾਂ ਕਾਰਬਨ ਕੰਟੈਂਟ ਇਨਕਰੀਜ਼ ਕਰਾਂਗੇ ਉਹਦੇ ਨਾਲ ਸਟਰੈਂਥ ਇਨਕਰੀਜ਼ ਹੁੰਦੀ ਹੈ। ਜਿੰਨਾ ਜ਼ਿਆਦਾ ਕਾਰਬਨ ਕੰਟੈਂਟ ਘੱਟ ਹੋਏਗਾ ਉਨੀ ਜ਼ਿਆਦਾ ਡਕਟਿਲਿਟੀ ਹੋਏਗੀ। ਸੋ FE 250 ਦੇ ਵਿੱਚ ਕਾਰਬਨ ਕੰਟੈਂਟ ਘੱਟ ਆ ਬਟ ਇਹਦੀ ਡਕਟਿਲਿਟੀ ਬਾਕੀਆਂ ਨਾਲੋਂ ਜ਼ਿਆਦਾ। ਅਤੇ HYSD ਸਟੀਲ ਦੀ ਡਕਟਿਲਿਟੀ ਘੱਟ ਹੁੰਦੀ ਹੈ ਬਟ ਸਟਰੈਂਥ ਜ਼ਿਆਦਾ। ਲੇਕਿਨ ਜਿਹੜੇ ਡਿਫਰੈਂਟ ਗ੍ਰੇਡਸ ਹੁਣ ਲੈ ਕੇ ਆਏ ਆ ਕੰਪਨੀਜ਼ FE 415D ਜਾਂ FE 415 SD ਇਹ ਡਕਟਿਲਿਟੀ ਇਹਨਾਂ ਦੀ 415 ਦੇ ਸਿੰਪਲ FE 415 ਦੇ ਨਾਲੋਂ ਜ਼ਿਆਦਾ ਬਟ ਕਰੈਕਟਰਿਸਟਿਕ ਸਟਰੈਂਥ ਜਾਂ ਯੀਲਡ ਸਟਰੈਂਥ ਦੀ ਵੈਲਿਊ ਸੇਮ ਆ। नेक्स्ट है डिज़ाइन स्ट्रेस स्ट्रेन कर्व फॉर द माइल्ड स्टील एज पर क्लॉज नंबर 38 IS 456/2000 ਇਹ ਤੁਸੀਂ ਫਿਗਰ ਨੰਬਰ 23 ਦੇ ਵਿੱਚ 456 ਦੇ ਵਿੱਚ ਸਿੰਪਲੀ ਦੇਖ ਸਕਦੇ ਹੋ। ਇਹ ਪਹਿਲਾਂ ਹੈ FY ਸਟੈਂਡ ਫॉर ਯੀਲਡ ਸਟ੍ਰੈਸ ਐਂਡ ਸੈਕਿੰਡ ਕਰਵ ਹੈ FY 1.15 ਜਿੱਦਾਂ ਕਿ ਤੁਸੀਂ ਸਟ੍ਰੈਸ ਸਟ੍ਰੇਨ ਕਰਵ ਕੰਕਰੀਟ ਦੀ ਦੇਖੀ ਪਹਿਲਾਂ ਇੱਕ ਉਹਦੇ ਵਿੱਚ 3 ਕਰਵ ਸੀ, ਇੱਕ ਆਈਡਲਾਈਜ਼ਡ ਕਰਵ, ਇੱਕ ਕਰੈਕਟਰਿਸਟਿਕ ਕਰਵ, ਇੱਕ ਸੀ ਡਿਜ਼ਾਈਨ ਕਰਵ। ਇਹਦੇ ਵਿੱਚ ਸਿਰਫ 2 ਹੀ ਕਰਵ ਆ ਕਿਉਂਕਿ ਇਹਦੇ ਵਿੱਚ ਕੋਈ ਸਾਈਜ਼ ਫੈਕਟਰ ਜਾਂ ਸ਼ੇਪ ਫੈਕਟਰ ਨਹੀਂ ਹੁੰਦਾ। ਸਿੰਪਲੀ ਇੱਕ ਪਾਰਸ਼ੀਅਲ ਫੈਕਟਰ ਆਫ ਸੇਫਟੀ ਹੁੰਦਾ ਉਹ ਹੁੰਦਾ 1.15। ਸੋ ਦੇयर ਆਰ 2 ਕਰਵਸ ਇੱਕ ਸਿੰਪਲ ਕਰਵ ਇੱਕ ਡਿਜ਼ਾइन ਕਰਵ। नेक्स्ट है डिज़ाइन स्ट्रेस स्ट्रेन कर्व फॉर HYSD स्टील यू कैन ईजली सी 0.002 ਦਾ ਮਤਲਬ ਹੈ 0.2% ਆਫ ਦਾ ਪ੍ਰੂਫ ਸਟ੍ਰੈਸ। ਉਹਦੇ ਪੈਰਲਲੀ ਆਪਾਂ ਇੱਕ ਲਾਈਨ ਡਰੋ ਕਰਾਂਗੇ ਉਹ ਜਿਹੜੀ ਇੱਧਰ ਵਰਟੀਕਲੀ ਲਾਈਨ ਦੇ ਉੱਪਰ ਜਿਹੜੀ ਵੈਲਿਊ ਹੋਏਗੀ ਉਹ ਹੈ FY मतलब ਯੀਲਡ ਸਟ੍ਰੈਸ। ਇੱਕ ਸਿੰਪਲ ਵੈਲਿਊ ਹੈ ਇੱਕ ਡਿਜ਼ਾਈਨ ਵੈਲਿਊ ਆ। 0.2% ਪ੍ਰੂਫ ਸਟ੍ਰੈਸ ਤੁਸੀਂ ਈਜ਼ਲੀ ਦੇਖ ਸਕਦੇ ਹੋ। 0.002 ਤੋਂ ਇੱਕ ਲਾਈਨ ਡਰੋ ਕਰਨੀ ਜਿਹੜੀ ਕਿ ਇਨੀਸ਼ੀਅਲ ਕਰਵ ਦੇ ਬਿਲਕੁਲ ਪੈਰਲਲ ਹੋਏਗੀ। ਉਹ ਜਿਸ ਲਾਈਨ ਅੱਗੇ ਕਰਵ ਨੂੰ ਕੱਟੇਗੀ ਉਹਦੇ ਕੋਰਸਪੋਂਡਿੰਗ ਜਿੰਨੀ ਵੈਲਿਊ ਹੋਏਗੀ ਉਹ FY ਹੋਏਗਾ। ਇਸ ਵੀਡੀਓ ਨੂੰ ਬਣਾਉਣ ਦੇ ਲਈ ਕੁਛ ਜੋ ਰੈਫਰੈਂਸਿਸ ਲੈ ਗਏ ਆ IS 456/2000 ਜਿੱਦਾਂ ਕਿ ਤੁਸੀਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਦੇਖਿਆ ਹੋਇਆ ਇਹ ਰੈਫਰੈਂਸ ਸੇਮ ਹੀ ਨੇ। ਤੁਸੀਂ ਇਹਨਾਂ ਦਾ ਰੈਫਰੈਂਸ ਲੈ ਸਕਦੇ ਹੋ ਜ਼ਿਆਦਾ ਡਿਟੇਲ ਦੇ ਵਿੱਚ ਦੇਖਣਾ ਚਾਹੁੰਦੇ ਹੋ। ਸੋ ਆਈ ਹੋਪ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ। ਥੈਂਕ ਯੂ।